ਇੱਕ ਗੁਰਮੁਖ ਪਿਆਰੇ ਨੇ ਲਿਖਿਆ ਹੈ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਮਹਾਰਾਜ ਇੱਥੇ ਗੁਰੂ ਸਾਹਿਬ ਜੀ ਨੇ ਜਪ ਵਾਸਤੇ ਕਿਹੜੇ ਭਾਵ ਨੂੰ ਵਿਅਕਤ ਕੀਤਾ ਹੈ। ਜਪ ਕਰਨ ਵਾਸਤੇ ਜਾਂ ਸ਼ੁਕਰਾਨਾ ਕਰਨ ਵਾਸਤੇ ਜਾਂ ਪਰਮਾਤਮਾ ਦੀ ਵਡਿਆਈ ਕੀਤੀ ਹੈ ਕਿ ਇੱਕ ਵਾਹਿਗੁਰੂ ਹੀ ਹੈ। ਇਹਦੇ ਬਾਰੇ ਕਿਰਪਾ ਕਰਕੇ ਦੱਸੋ ਜੀ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਇਹ ਸ਼ਾਇਦ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਪੰਕਤੀ ਹੈ। ਤੁਸੀਂ ਪੁੱਛਦੇ ਹੋ ਇਹ ਕਿਹੜੇ ਭਾਵ ਨੂੰ ਦਰਸਾਇਆ ਹੈ। ਪਹਿਲੀ ਗੱਲ ਤਾਂ ਇਹ ਕਿ ਜਿਵੇਂ ਸਿੱਖ ਸਮਝਦੇ ਹਨ ਨਾ ਇਹਦੇ ਭਾਵ ਨੂੰ, ਉਵੇਂ ਵਾਸਤਵਿਕ ਦੇ ਵਿੱਚ ਜਿਹੜਾ ਜਾਣਦਾ ਹੈ ਨਾ, ਹੁਣ ਤੁਸੀਂ ਸੁਣ ਹੀ ਰਹੇ ਹੋ, ਬਹੁਤਿਆਂ ਨੂੰ ਸਮਝ ਵਿੱਚ ਆ ਵੀ ਰਹੀ ਹੈ ਵੀ ਜਪ ਦੁਆਰਾ ਹਉਮੈ ਖੋਂਦੀ ਨਹੀਂ ਹੈ, ਖੋ ਸਕਦੀ ਨਹੀਂ। ਜਪ ਕਰਨ ਵਾਲਾ ਜਿਹੜਾ ਹੈ ਨਾ ਉਹ ਤੇ ਬਚਿਆ ਹੀ ਰਹੇਗਾ, ਤੇ ਜਿੰਨਾ ਚਿਰ ਉਹ ਬਚਿਆ ਹੈ ਭਾਵੇਂ ਕਿਸੇ ਵੀ ਮੰਤਰ ਦਾ ਜਾਪ ਕਰ ਰਿਹਾ, ਉਹ ਖੋਇਆ ਨਹੀਂ ਤੇ ਹਉਮੈ ਕਿਵੇਂ ਖੋਊਗੀ। ਹੁਣ ਪਰਮਾਤਮਾ ਦਾ ਵੀ ਕੋਈ ਅਗਰ ਜਪ ਕਰ ਰਿਹਾ ਹੈ, ਕੋਈ ਰਾਮ ਰਾਮ ਕਰਦਾ ਹੈ, ਕੋਈ ਅੱਲਾ ਹੈ ਕਰਦਾ ਹੈ, ਕੋਈ ਵਾਹਿਗੁਰੂ ਕਰਦਾ ਹੈ, ਹੋਰ ਬੇਅੰਤ ਨਾਮ ਹਨ, ਤੇ ਉਹ ਅਗਰ ਜ਼ਬਾਨ ਦੁਆਰਾ ਹੀ ਰੱਟ ਰਿਹਾ ਹੈ ਤੇ ਫਿਰ ਤੇ ਬਿਲਕੁਲ ਬਾਹਰ ਸੰਸਾਰੀ ਹੈ ਨਾ। ਹਉਮੈ ਤੇ ਉਹਦੀ ਅੰਦਰ ਹੈ। ਜ਼ਬਾਨ ਦਾ ਦੁਆਰਾ ਰਟਿਆ ਹੋਇਆ ਹਉਮੈ ਥੋੜੀ ਮਰੇਗੀ। ਗੱਲ ਤੇ ਅੰਦਰ ਦੀ ਹੈ। ਹਾਂ, ਕੋਈ ਪੂਰਾ ਧਿਆਨ ਵੀ ਲਾ ਲਵੇ ਇਸ ਜਪ ਤੇ ਫਿਰ ਵੀ ਹਉਮੈ ਨਹੀਂ ਮਰਦੀ ਹੈ। ਤਦੇ ਕਿਹਾ ਨਾ ਰਾਮ ਰਾਮ ਕਰਤਾ ਸਭ ਜਗ ਫਿਰ। ਉਦੋਂ ਵਾਹਿਗੁਰੂ ਵਾਹਿਗੁਰੂ ਨਹੀਂ ਸੀ ਕਰਦੇ, ਨਹੀਂ ਤੇ ਕਹਿ ਦੇਣਾ ਸੀ ਵਾਹਿਗੁਰੂ ਵਾਹਿਗੁਰੂ ਕਰਦਾ ਸਭ ਜਗ ਫਿਰ। ਰਾਮ ਨਾ ਪਾਇਆ ਜਾਏ। ਕਰਨ ਦੇ ਨਾਲ ਨਹੀਂ ਮਿਟਦੀ ਹੈ ਹਉਮੈ, ਕਿਉਂਕਿ ਕਰਤਾ ਭਾਵ ਤੇ ਬਣਿਆ ਹੀ ਰਹੇਗਾ ਨਾ। ਤੁਸੀਂ ਜਪ ਕਰਨ ਵਾਲੇ ਬਣੇ ਹੀ ਰਹੋਗੇ। ਇਵੇਂ ਹੀ ਹੋ ਰਿਹਾ ਹੈ ਧਾਰਮਿਕ ਜਗਤ ਦੇ ਵਿੱਚ। ਇੱਕੋ ਹੀ ਉਪਦੇਸ਼ ਨੂੰ ਵਾਰ-ਵਾਰ ਸਮਝਾਇਆ ਜਾਂਦਾ ਹੈ ਤੇ ਵਾਰ-ਵਾਰ ਕਿਹਾ ਜਾਂਦਾ ਹੈ, ਤੇ ਉਹੋ ਹੀ ਅਸਰ ਹੋ ਜਾਂਦਾ ਹੈ ਸਰੋਤਿਆਂ ਤੇ। ਹੁਣ ਪ੍ਰਚਾਰਕ ਇਹੋ ਹੀ ਕਹੀ ਜਾਣਗੇ, ਨਾਮ ਜਪੋ ਜੀ, ਗੁਰਮੰਤਰ ਦਾ ਜਾਪ ਕਰੋ ਜੀ। ਕੋਈ ਮੂਲ ਮੰਤਰ ਦਾ ਜਾਪ ਕਰਨ ਨੂੰ ਕਹਿੰਦਾ ਹੈ, ਕੋਈ ਬਾਣੀ ਦਾ ਜਾਪ ਕਰਨ ਨੂੰ ਕਹਿੰਦਾ ਹੈ। ਬਾਣੀ ਹੋ ਜਾਓਗੇ ਤੁਸੀਂ। ਉਹੋ ਹੀ ਵਾਰ-ਵਾਰ ਜਾਪ ਕਰਨ ਨੂੰ ਕਿਹਾ ਗਿਆ ਹੈ, ਕਿਹਾ ਜਾ ਰਿਹਾ ਹੈ, ਤੇ ਉਹੋ ਹੀ ਅਸਰ ਹੋ ਗਿਆ ਹੈ ਲੋਕਾਂ 'ਤੇ। ਤੇ ਲੋਕ ਸੋਚਦੇ ਹਨ ਜਾਪ ਹੀ ਕਰਨਾ ਧਰਮ ਹੈ। ਨਹੀਂ, ਜਾਪ ਕਰਨਾ ਪਹਿਲਾ ਕਦਮ ਹੈ ਧਰਮ ਦਾ। ਸ਼ੁਰੂਆਤੀ ਤੌਰ 'ਤੇ ਠੀਕ ਹੈ ਵੀ ਆਪਣੀ ਜ਼ਬਾਨ ਨਹੀਂ ਰੁਕਦੀ ਹੈ, ਫਾਲਤੂ ਦੀਆਂ ਗੱਲਾਂ ਕਰਦੇ ਹਾਂ ਇੱਧਰ ਉੱਧਰ ਦੀਆਂ। ਚਲੋ ਜਾਪ ਕਰਨ ਦੇ ਵਿੱਚ ਲਾ ਦਿਓ,
ਉਪਦੇਸ਼ ਪੜ੍ਹਨ ਦੇ ਵਿੱਚ ਲਾ ਦਿਓ, ਉਪਦੇਸ਼ ਸੁਣਨ ਵਿੱਚ ਲਾ ਦਿਓ। ਉਧਰੋਂ ਹਟੇਗੀ ਨਾ। ਜਿਵੇਂ ਕਈਆਂ ਨੂੰ ਭਟਕਣ ਦੀ ਬਾਹਰ ਆਦਤ ਹੁੰਦੀ ਹੈ, ਤੁਰੇ ਫਿਰਨ ਦੀ, ਬਾਜ਼ਾਰਾਂ ਦੇ ਵਿੱਚ ਫਾਲਤੂ ਦਾ ਖਾਣ ਦੀ ਆਦਤ ਹੁੰਦੀ। ਤੁਹਾਨੂੰ ਕਿਹਾ ਜਾਂਦਾ ਹੈ ਵੀ ਤੂੰ ਨਾ ਘੁੰਮ। ਤੇ ਅਜੋਕੇ ਸਮੇਂ 'ਚ ਬਹੁਤਿਆਂ ਦੀ ਇਹ ਆਦਤ ਹਟ ਹੀ ਗਈ ਹੈ। ਪਰਮਾਤਮਾ ਨੇ ਹਟਾਤੀ। ਕੱਲ ਹੀ ਮੋਹਾਲੀ ਤੋਂ ਬਜ਼ੁਰਗਾਂ ਦਾ ਟੈਲੀਫੋਨ ਆਇਆ, ਕਹਿੰਦੇ ਪਰਮਾਤਮਾ ਦੀ ਬੜੀ ਕਿਰਪਾ ਹੋ ਗਈ, ਘਰੋਂ ਘਰੀ ਲੋਕਾਂ ਨੂੰ ਬਿਠਾ ਦਿੱਤਾ। ਦੇਖੋ, ਇੱਕ ਪਾਸੇ ਕਿਰਪਾ ਵੀ ਹੋ ਰਹੀ ਹੈ। ਬਹੁਤਿਆਂ ਦੀ ਆਦਤ ਸੀ ਭਟਕਣ ਦੀ, ਉਹਨਾਂ ਦੀ ਆਦਤ ਹਟ ਗਈ। ਕਿੰਨਾ ਭਲਾ ਹੋਇਆ ਉਹਨਾਂ ਵਾਸਤੇ। ਪਰਮਾਤਮਾ ਭਲਾ ਵੀ ਕਰਦਾ ਨਾ ਇੱਕ ਵਾਸਤੇ, ਵੀ ਉੱਦਾਂ ਤੇ ਨਹੀਂ ਮੰਨਦੇ ਹਨ, ਕਿਸੇ ਡਰ ਭੈ ਬਿਮਾਰੀ ਦਾ ਕਰਕੇ ਹੀ ਬੈਠ ਜਾਣਗੇ, ਤੇ ਬੈਠ ਹੀ ਗਏ ਹਨ। ਹੁਣ ਦੇਖੋ, ਤੇ ਅਗਰ ਤੁਸੀਂ ਇਹਨੂੰ ਪਰਮਾਤਮਾ ਦੀ ਕਿਰਪਾ ਹੀ ਸਮਝੋ, 1.25 ਮਹੀਨੇ ਵਾਸਤੇ ਦੇਖੋ ਹੋ ਹੀ ਰਹੀ ਹੈ। ਤੇ ਖਾਣ ਪੀਣ ਦੀਆਂ ਆਦਤਾਂ ਤੋਂ ਛੁਟਕਾਰਾ ਪਾਉਣ ਵਾਸਤੇ ਉਹਨੂੰ ਕਿਹਾ ਜਾਂਦਾ ਹੈ, ਤੇ ਗੁਰੂ ਵਾਲਾ ਹੋ ਜਾ ਤੇ ਤੂੰ ਆਦਤਾਂ ਤੋਂ ਬਚ ਜਾਏਗਾ। ਲੋਕ ਵੀ ਫਿਰ ਨਿਗਾਹ ਰੱਖਣਗੇ, ਤੇ ਗਲਤ ਕੰਮ ਨਾ ਕਰਨ ਦੇਣਗੇ, ਗਲਤ ਖਾਣ ਪੀਣ ਨਾ ਦੇਣਗੇ। ਤੇ ਪਹਿਲਾ ਕਦਮ ਹੈ ਬਾਹਰੋਂ ਰੋਕਣਾ ਇਸ ਮਨ ਨੂੰ। ਜਿਹੜੀਆਂ ਮੋਟੀਆਂ ਮੋਟੀਆਂ ਆਦਤਾਂ ਹਨ ਪਹਿਲਾਂ ਉਹ ਹਟਾਉਣੀਆਂ। ਬੇਫਾਲਤੂ ਦੇ ਬੋਲਣ ਦੀ ਆਦਤ ਹੈ, ਤੇ ਵੀ ਉਪਦੇਸ਼ ਕੀਤਾ ਹੈ ਵੀ ਘੱਟ ਬੋਲੋ, ਥੋੜਾ ਬੋਲਣਾ। ਬੋਲਤ ਬੋਲਤ ਵੱਡੇ ਵਿਕਾਰ, ਬਿਨ ਬੋਲੇ ਕਿਆ ਕਰੇ ਵਿਚਾਰ। ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਚਖ ਮਾਰੀ। ਉਹ ਕਈ ਬੋਲੇ ਜਾਂਦੇ ਹਨ ਸਾਰੀ ਦਿਹਾੜੀ। ਘੱਟ ਬੋਲਣਾ, ਜੇ ਨਾ ਬੋਲਣੋਂ ਹਟੋ ਤੇ ਮੰਤਰ ਦਾ ਜਾਪ ਹੀ ਕਰਦੇ ਰਹੋ। ਫਿਰ ਸਿਰਫ ਜਾਪ ਕਰਨ ਦੇ ਨਾਲ ਨਹੀਂ ਕੁਛ ਵੀ ਹੋਣਾ ਹੈ, ਜਾਪ 'ਚ ਧਿਆਨ ਰੱਖਣਾ ਹੈ, ਕਿਉਂਕਿ ਧਿਆਨ ਹਟਾਉਣਾ ਹੈ। ਹਉਮੈ ਵੱਧ ਰਹੀ ਹੈ ਸੰਸਾਰ ਦੇ ਵਿੱਚ, ਧਿਆਨ ਦਿੱਤੇ ਆ। ਮੈਂ ਇੱਥੇ ਤੁਹਾਨੂੰ ਇੱਕ ਦ੍ਰਿਸ਼ਟੀ ਦੇ ਰਿਹਾ ਹਾਂ, ਅਗਰ ਤੁਸੀਂ ਸਹੀ ਸਮਝੋ ਨਾ ਗੱਲ, ਮੈਂ ਤੁਹਾਨੂੰ ਇੱਕ ਸਮਝ ਦੇ ਰਿਹਾ ਹਾਂ ਵੀ ਤੁਸੀਂ ਵਾਸਤਵਿਕ ਦੇ ਵਿੱਚ ਸਮਝ ਲਵੋ ਬਿਮਾਰੀ ਕੀ ਹੈ, ਤੇ ਕਿਵੇਂ ਪੈਦਾ ਹੁੰਦੀ ਹੈ, ਤੇ ਕਿਵੇਂ ਵੱਧਦੀ ਹੈ। ਤੇ ਜਦੋਂ ਪੂਰਾ ਪੂਰਾ ਪਤਾ ਲੱਗ ਜਾਵੇ ਨਾ ਵੀ ਬਿਮਾਰੀ ਇਉਂ ਪੈਦਾ ਹੁੰਦੀ ਹੈ, ਇਵੇਂ ਵੱਧਦੀ ਹੈ, ਇਵੇਂ ਘਟਾਈ ਜਾ ਸਕਦੀ ਹੈ, ਤੇ ਤੁਸੀਂ ਆਪਣੇ ਆਪ ਹੀ ਉਸ ਬਿਮਾਰੀ ਨੂੰ ਛੱਡਣਾ ਸ਼ੁਰੂ ਕਰ ਦਿਓਗੇ। ਇਹ ਤੁਹਾਨੂੰ ਮੈਂ ਇੱਕ ਸਮਝ ਦੇ ਰਿਹਾ ਹਾਂ। ਜਿਹੜਾ ਰੋਜ਼ ਬੋਲ ਰਿਹਾ ਹਾਂ ਨਾ, ਇਸੇ ਕਰਕੇ ਹੀ ਬੋਲ ਰਿਹਾ ਹਾਂ ਵੀ ਤੁਹਾਨੂੰ ਪਤਾ ਲੱਗ ਜਾਵੇ ਬਿਮਾਰੀ ਦਾ ਠੀਕ ਠੀਕ। ਜਿਵੇਂ ਕੋਰੋਨਾ ਵਾਇਰਸ ਆ ਫੈਲਿਆ ਹੋਇਆ ਹੈ, ਤੇ ਸੁਚੇਤ ਕਰਦੇ ਹਨ ਲੋਕਾਂ ਨੂੰ ਵੀ ਇਸ ਬਿਮਾਰੀ ਦਾ ਫੈਲਣ ਦਾ ਕਾਰਨ ਹੈ ਇੱਕ ਦੂਸਰੇ ਦੇ ਨਾਲ ਸੰਪਰਕ, ਤੇ ਸੋਸ਼ਲ ਡਿਸਟੈਂਸ, ਥੋੜ੍ਹੀ ਜਿਹੀ ਦੂਰੀ ਰੱਖੋ। ਤੇ ਇੱਕ ਦੂਸਰੇ ਦੇ ਜ਼ਿਆਦਾ ਕੋਲੇ ਨਾ ਹੋ ਜਾਓ, ਤੇ ਦੂਰੀ ਰੱਖੋ, ਘੱਟ ਫੈਲੇਗਾ। ਤੇ ਪਤਾ ਲੱਗ ਜਾਵੇ ਲੋਕਾਂ ਨੂੰ, ਤੇ ਲੋਕ ਥੋੜ੍ਹੇ ਜਿਹੇ ਸੁਚੇਤ ਰਹਿਣਗੇ, ਤੇ ਥੋੜ੍ਹੀ ਜਿਹੀ ਦੂਰੀ ਰੱਖਣਗੇ, ਤੇ ਘੱਟ ਲੋਕਾਂ ਦੇ ਵਿੱਚ ਫੈਲੇਗਾ। ਹੁਣ ਇੱਕ ਆਦਮੀ ਬਿਮਾਰ ਹੋਵੇ, ਇਸ ਵਾਇਰਸ ਦਾ ਸ਼ਿਕਾਰ ਹੋਵੇ, ਉਹਦੇ 4 ਚੁਫੇਰੇ ਕਈ ਲੋਕ ਬੈਠ ਕੇ ਤਾਂ ਉਹਨੂੰ ਸੁਣਨ, ਉਹ 4 ਚੁਫੇਰੇ ਮੂੰਹ ਕਰ ਕਰਕੇ ਜ਼ੋਰ ਜ਼ੋਰ ਨਾ ਬੋਲੇ,
तो ਬਿਮਾਰੀ ਦਾ ਸਾਰਿਆਂ ਤੇ ਹੀ ਅਸਰ ਹੋ ਸਕਦਾ ਹੈ। ਤੇ ਦੂਰੀ ਬਣਾ ਕੇ ਰੱਖਣੀ ਹੈ। ਇਵੇਂ ਹੀ ਹਉਮੈ ਵੀ ਜਿਹੜੀ ਹੈ ਨਾ, ਇਹ ਵੀ ਐਸੀ ਹੀ ਇੱਕ ਬਿਮਾਰੀ ਹੈ ਕਰੀਬ ਕਰੀਬ। ਇਹ ਵੀ ਛੂਤ ਦੀ ਬਿਮਾਰੀ ਹੈ ਕਹਿ ਸਕਦੇ ਹਾਂ। ਇਹ ਵੀ ਭੀੜ ਦੇ ਨਾਲ ਜ਼ਿਆਦਾ ਵੱਧਦੀ ਹੈ, ਇਸ ਕਰਕੇ ਲੋਕ ਭੀੜ ਚਾਹੁੰਦੇ ਹਨ। ਇਹ ਵੀ ਗੱਲ ਥੋੜ੍ਹੀ ਜਿਹੀ ਖਿਆਲ ਵਿੱਚ ਲੈ ਲਓ। ਹੁਣ ਗੱਲ ਚੱਲੀ ਹੀ ਹੈ ਤੇ ਤੁਹਾਨੂੰ ਹੋਰ ਵੀ ਸਾਫ਼ ਹੋ ਜਾਵੇਗੀ। ਹਉਮੈ ਨੂੰ ਛੱਡਣ ਵਾਸਤੇ ਪੁਰਾਤਨ ਸਮਿਆਂ ਦੇ ਵਿੱਚ ਲੋਕ ਪਰਿਵਾਰ ਛੱਡ ਦਿੰਦੇ ਸਨ, ਨਗਰ ਛੱਡ ਦਿੰਦੇ ਸਨ ਤੇ ਦੂਰ ਚਲੇ ਜਾਂਦੇ ਸਨ ਪਹਾੜਾਂ ਦੇ ਵਿੱਚ, ਜਿੱਥੇ ਕੋਈ ਵੀ ਬੰਦਾ ਨਹੀਂ। ਕਿਉਂਕਿ ਜਿੱਥੇ ਕੋਈ ਵੀ ਨਾ ਹੋਵੇਗਾ ਨਾ, ਉੱਥੇ ਹਉਮੈ ਦਾ ਪਤਾ ਵੀ ਨਹੀਂ ਲੱਗੇਗਾ। ਕਿਉਂਕਿ ਹਉਮੈ ਦਾ ਪਤਾ ਦੂਸਰੇ ਤੋਂ ਲੱਗਦਾ ਹੈ। ਹੁਣ ਤੁਹਾਨੂੰ ਹਉਮੈ ਦਾ ਪਤਾ ਕਿਵੇਂ ਲੱਗੇਗਾ? ਤੁਹਾਡੇ ਵਿੱਚ ਹਉਮੈ ਹੈ। ਜਦੋਂ ਦੂਸਰਾ ਤੁਹਾਨੂੰ ਕੋਈ ਬੁਰਾ ਭਲਾ ਕਵੇਗਾ ਤੇ ਤੁਹਾਨੂੰ ਗੁੱਸਾ ਆਵੇਗਾ ਤੇ ਤੁਹਾਨੂੰ ਪਤਾ ਲੱਗੇਗਾ ਵੀ ਮੇਰੇ 'ਚ ਹਉ ਹੈ, ਮੈਨੂੰ ਕ੍ਰੋਧ ਆਇਆ, ਦੂਸਰੇ ਨੇ ਮੈਨੂੰ ਡਾਂਟਿਆ, ਝਿੜਕਿਆ, ਫਟਕਾਰਿਆ ਜਾਂ ਧੱਕਾ ਹੀ ਮਾਰਤਾ ਤੁਰੇ ਜਾਂਦੇ ਨੂੰ, ਤੇ ਚੋਟ ਲੱਗਦੀ ਹੈ ਨਾ। ਚੋਟ ਕਿੱਥੇ ਲੱਗਦੀ ਹੈ? ਹਉਮੈ ਤੇ। ਮੇਰੇ 'ਚ ਹਉਮੈ ਹੈ ਤੇ ਦੂਸਰਿਆਂ ਤੋਂ ਹੀ ਹਉਮੈ ਵੱਧਦੀ ਹੈ। ਤੁਹਾਡੇ ਚਾਰ ਛਪੇਰੇ ਬਹੁਤ ਲੋਕ ਖੜੇ ਹੋਣ ਤੇ ਤੁਹਾਡੀ ਬੱਲੇ ਬੱਲੇ ਜੈ ਜੈਕਾਰ ਉਸਤਤ ਕਰ ਰਹੇ ਹੋਣ ਤੇ ਤੁਹਾਡੀ ਹਉਮੈ ਵੱਧਦੀ ਹੈ। ਤੁਹਾਨੂੰ ਲੱਗਦਾ ਵੀ ਇਹ ਸਾਰੇ ਮੇਰੇ ਆਪਣੇ ਹਨ, ਦੇਖੋ ਮੇਰੇ ਨਾਲ ਕਿੰਨੇ ਹਨ। ਤੇ ਇਹਦਾ ਭਾਵ ਹੈ ਵੀ ਇਹ ਵੀ ਛੂਤ ਦੀ ਬਿਮਾਰੀ ਹੈ। ਲੋਕਾਂ ਦੁਆਰਾ ਜ਼ਿਆਦਾ ਵੱਧਦੀ ਹੈ, ਲੋਕਾਂ ਤੋਂ ਦੂਰ ਹਟੋ ਤੇ ਘਟਦੀ ਹੈ, ਫਿਰ ਵੀ ਮਰਦੀ ਨਹੀਂ। ਜਪ ਕੀਤਿਆਂ ਵੀ ਹਉਮੈ ਘਟ ਜਾਂਦੀ ਹੈ ਪਰ ਮਰਦੀ ਨਹੀਂ। ਖਿਆਲ ਵਿੱਚ ਰੱਖੋ, ਬਹੁਤ ਸਾਰੇ ਉਪਾਅ ਹਉਮੈ ਨੂੰ ਮੇਟਣ ਵਾਸਤੇ ਦੱਸੇ ਹਨ ਪਰਮ ਪੁਰਖਾਂ ਨੇ, ਸਦੀਆਂ ਤੋਂ ਹੀ ਦੱਸਦੇ ਆਏ ਹਨ। ਤੇ ਬਹੁਤ ਤਰੀਕੇ ਹਨ ਜਾਂ ਕਹਿ ਲਓ ਵਿਧੀਆਂ ਹਨ ਵੀ ਹਉਮੈ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ। ਫਿਰ ਸਾਰਿਆਂ ਵਾਸਤੇ ਇੱਕੋ ਵਿਧੀ ਥੋੜ੍ਹੀ ਕੰਮ ਆਉਂਦੀ, ਕਿਉਂਕਿ ਹਰ ਮਨੁੱਖ ਹੀ ਅਲੱਗਾ ਢੰਗ ਨਾਲ ਜੀ ਰਿਹਾ ਹੈ, ਅਲੱਗਾ ਢੰਗ ਨਾਲ ਸੋਚ ਰਿਹਾ ਹੈ। ਕਈ ਦਿਮਾਗੀ ਤਲ 'ਤੇ ਜੀ ਰਹੇ ਹਨ, ਕਈ ਹਾਰਦਿਕ ਤਲ 'ਤੇ ਜੀ ਰਹੇ ਹਨ, ਉਹਨਾਂ ਦਾ ਵੀ ਭੇਦ ਹੈ। ਹੁਣ ਜਾਪ ਤੇ ਉਹ ਕਰ ਰਿਹਾ ਹੈ ਜਿਹੜਾ ਦਿਮਾਗੀ ਤਲ 'ਤੇ ਜੀਵੇਗਾ, ਉਹ ਸ਼ਬਦ ਦਾ ਚਿੰਤਨ ਕਰੇਗਾ, ਸ਼ਬਦ ਦੇ ਨਾਲ ਜੁੜੇਗਾ। ਪਰ ਸ਼ਬਦ ਦੇ ਨਾਲ ਹੀ ਤਾਂ ਜੁੜ ਸਕਦਾ ਹੈ ਜੇ ਬਾਹਰੋਂ ਧਿਆਨ ਹਟਾਵੇਗਾ ਤਾਂ ਉਹਦੀ ਹਉਮੈ ਘਟੇਗੀ, ਫਿਰ ਵੀ ਮਿਟੇਗੀ ਨਹੀਂ, ਕਿਉਂਕਿ ਉਹ ਜਾਪ ਕਰਨ ਵਾਲਾ ਤੇ ਬਣਿਆ ਹੀ ਰਹੇਗਾ। ਇਸੇ ਕਰਕੇ ਹੀ ਜਿਹੜਾ ਇਹਨਾਂ ਪੌੜੀਆਂ ਦੇ ਉੱਪਰ ਇੱਕ ਸ਼ਬਦ ਹੈ ਨਾ, ਪੌੜੀ ਹੈ ਸ਼ਬਦਾਂ ਦੇ ਉੱਪਰ, ਉਹ ਮੈਂ ਉਸ ਦਿਨ ਪੜ੍ਹੀ ਸੀ, ਤੁਸੀਂ ਗੌਰ ਨਹੀਂ ਕੀਤਾ ਹੈ ਵੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਇਸੇ ਕਰਕੇ ਲੋੜ ਪੈਂਦੀ ਹੈ। ਤੇ ਬਹੁਤ ਢੰਗ ਹਨ, ਤਰੀਕੇ ਹਨ, ਵਿਧੀਆਂ ਹਨ। ਤੇ ਅਲੱਗ-ਅਲੱਗ ਢੰਗ ਦੇ ਨਾਲ, ਅਲੱਗ-ਅਲੱਗ ਤਰੀਕੇ ਦੇ ਨਾਲ, ਅਲੱਗ-ਅਲੱਗ ਵਿਧੀ ਦੁਆਰਾ ਹਉਮੈ ਨੂੰ ਮਿਟਾਇਆ ਜਾ ਸਕਦਾ ਹੈ, ਇਸ ਰੋਗ ਨੂੰ ਮਿਟਾਇਆ ਜਾ ਸਕਦਾ ਹੈ। ਜਿਵੇਂ ਕਹਿ ਲਈਏ ਆਪਾਂ ਕਿ ਕਿਸੇ ਨੂੰ ਰੋਗ ਹੁੰਦਾ ਹੈ ਤੇ ਕੋਈ ਹੋਮੋਪੈਥਿਕ ਦਵਾਈ ਖਾਂਦਾ ਹੈ,
ਕੋਈ ਆਯੁਰਵੈਦਿਕ ਖਾਂਦਾ ਹੈ, ਉਹਦੇ ਨਾਲ ਠੀਕ ਹੋ ਜਾਂਦਾ ਹੈ। ਕੋਈ ਐਲੋਪੈਥੀ ਖਾਂਦਾ ਹੈ, ਕਹਿੰਦਾ ਵੀ ਉਹ ਤੋਂ ਬਗੈਰ ਮੈਂ ਹੋ ਨਹੀਂ ਸਕਦਾ। ਕਈ ਨੈਚੁਰੋਪੈਥੀ। ਤੇ ਸਾਰਿਆਂ ਨੂੰ ਲਹਿਦਾ ਜੋ ਪੈਥੀ ਹੈ ਨਾ, ਉਹ ਕੰਮ ਕਰਦੀ ਹੈ। ਹੁਣ ਬਿਮਾਰੀ ਤੇ ਇੱਕੋ ਹੀ ਹੈ, ਪਰ ਆਦਮੀ ਭਿੰਨ ਭਿੰਨ ਹੈ। ਇਵੇਂ ਹੀ ਹਉਮੈ ਤੇ ਇੱਕੋ ਹੀ ਹੈ, ਮੈਂ ਹਾਂ। ਇਹ ਮੈਂ ਭਾਵੇਂ ਹਿੰਦੂ ਦੀ ਹੋਵੇ, ਸਿੱਖ ਦੀ ਹੋਵੇ, ਈਸਾਈ ਦੀ ਹੋਵੇ, ਮੁਸਲਮਾਨ ਦੀ ਹੋਵੇ, ਮੈਂ ਹਾਂ, ਇਹ ਤੇ ਇੱਕੋ ਹੀ ਹੈ। ਪਰ ਮੈਂ ਕੌਣ ਹਾਂ? ਮੈਂ ਦੀ ਪਰਿਭਾਸ਼ਾ ਕਿਵੇਂ ਕੀਤੀ ਹੈ ਕਿਸੇ ਨੇ, ਕਿਹੜੇ ਢੰਗ ਨਾਲ ਕੀਤੀ ਹੈ, ਕਿਵੇਂ ਮੈਂ ਨੂੰ ਪ੍ਰਫੁੱਲਤ ਕੀਤਾ ਹੈ, ਕਿਵੇਂ ਮੈਂ ਦੇ ਨਾਲ ਜੁੜਿਆ ਹੈ। ਹੁਣ ਕਿਸੇ ਨੇ ਮੈਂ ਦੀ ਪੂਰਤੀ ਕੀਤੀ ਹੁੰਦੀ ਹੈ ਧਨ ਕਰਕੇ, ਵੀ ਮੇਰੇ ਕੋਲ ਬੜਾ ਧਨ ਹੈ, ਬੜੀ ਪ੍ਰਾਪਰਟੀ ਹੈ, ਤਾਂ ਉਹਦੀ ਪ੍ਰਾਪਰਟੀ ਛਡਾ ਦਿਓ, ਧਨ ਛਡਾ ਦਿਓ, ਤੇ ਮੈਂ ਘਟ ਜਾਵੇਗੀ। ਹੁਣ ਕਿਸੇ ਕੋਲ ਪ੍ਰਾਪਰਟੀ ਧਨ ਹੈ ਹੀ ਨਹੀਂ, ਪਰ ਉਹਨੇ ਮਾਨ ਸਨਮਾਨ ਬਹੁਤ ਪਾਇਆ ਹੁੰਦਾ ਹੈ, ਆਦਰ ਪਾਇਆ ਹੁੰਦਾ ਹੈ, ਤਾਂ ਉਹਦਾ ਆਦਰ ਮਾਨ ਸਨਮਾਨ ਖੋਹ ਲਓ, ਤਾਂ ਉਹਦੀ ਹਉਮੈ ਘਟੇਗੀ, ਮਿਟੇਗੀ। ਜਿਹਨੇ ਜ਼ਿਆਦਾ ਸਤਿਕਾਰ ਪਾਇਆ ਹੋਵੇ, ਜਿਵੇਂ ਮੈਂ ਪਿੱਛੇ ਜੇ ਇੱਕ ਕਹਾਣੀ ਦਾ ਜ਼ਿਕਰ ਕੀਤਾ ਸੀ, ਇੱਕ ਸਮਰਾਟ ਦੀ, ਵੀ ਸੂਫੀ ਫਕੀਰ ਕੋ ਚਲੇ ਗਿਆ, ਤਾਂ ਉਹਨੇ ਕਿਹਾ ਵੀ ਆ ਲੈ ਮੂੰਹ ਤੇ ਕਾਲਖ ਮਲ ਲਾ ਤੇ ਕੱਪੜੇ ਲਾ ਲਾ, ਨਗਨ ਕਰਕੇ ਉਹਨੂੰ ਕਿਹਾ ਵੀ ਆਪਣੀ ਰਾਜਧਾਨੀ ਦੇ ਗੇੜੇ ਲਾ, ਛਿੱਤਰ ਲੈ ਲਾ, ਮੇਰਾ ਸਿਰ 'ਚ ਮਾਰੀ ਜਾ। ਹੁਣ ਉਹਦੀ ਹਉਮੈ ਤੇ ਖਤਮ ਹੋ ਹੀ ਜਾਵੇਗੀ, ਕਿ ਹਉਮੈ ਦੀ ਪੂਰਤੀ ਉਹਨੇ ਜਿਹੜੇ ਢੰਗ ਨਾਲ ਕੀਤੀ ਸੀ, ਉਹਦੇ ਤੋਂ ਉਲਟਾ ਢੰਗ ਹੀ ਵਰਤਿਆ ਹੈ ਉਸ ਫਕੀਰ ਨੇ।